Okay, good afternoon, students. Once again, we are meeting for the subject of Good PC afternoon, sir. in the topic of principle of communication engineering, and especially from this particular book, I mean subject, we are discussing frequency modulation, phase modulation, and its associated terms. Right. So last time we discussed properties of the FM. Okay. Then we also discussed the mathematical expression of phase modulation, uh, both time domain and frequency domain descriptions of both the modulation system. I mean frequency modulation as well as phase modulation system. So look at how modulation index of both phase frequency and phase modulation is relating to modulation index. I mean how deviation ratio is relating to modulation index, or modulation index is relating to deviation ratio. See, for FM modulation index, M subscript F is equal to KFEM over omega M. So here, and in case of modulation index for phase modulation, this is Kp into Em. Here Kf is a constant, here Kp is a constant, Em is the amplitude of the modulating signal, and omega m is equal to the uh, radial, I mean radiant frequency. This is equal to 2 pi Fm. Okay. So this is how deviation ratio can be related with both of the modulation index, as in case of FM as well as PM. Now, how we can differentiate FM and PM? ਆਪਾਂ ਕਿੱਦਾਂ FM ਤੇ PM ਨੂੰ ਡਿਫਰ ਕਿੱਦਾਂ ਕਰਕੇ ਦਿਖਾ ਸਕਦੇ, ਕਿੱਦਾਂ ਉਹਨਾਂ 'ਚ ਅੰਤਰ ਕੀ ਆ? ਅਗਰ ਦੇਖਿਆ ਜਾਵੇ ਇਸ ਡਾਇਗਰਾਮ ਤੋਂ, ਆ ਦੇਖੋ, ਤੇ ਤੁਹਾਨੂੰ ਕੋਈ ਬਹੁਤਾ ਅੰਤਰ ਸੇਮ ਜਿਹਾ ਹੀ ਲੱਗਦਾ। ਤੁਸੀਂ ਕਹਿੰਦੇ ਆ ਉੱਪਰ ਵਾਲਾ ਮੋਡੂਲੇਟਿੰਗ ਸਿਗਨਲ ਹੈ, ਦਿਸ ਇਜ਼ ਮੋਡੂਲੇਟਿੰਗ ਸਿਗਨਲ, and this is frequency modulated signal, second one FM, and third one is phase modulated signal. ਤੁਹਾਨੂੰ ਲੱਗ ਰਿਹਾ ਕੁਝ ਫਰਕ? ਹਾਂ, ਫਰਕ ਥੋੜਾ ਬਹੁਤ ਹੈ, ਪਰ ਫਰਕ ਜਿਹੜਾ FM ਤੇ PM 'ਚ ਹੈ ਉਹ ਵਿਦ ਰਿਸਪੈਕਟ ਟੂ ਮੋਡੂਲੇਟਿੰਗ ਸਿਗਨਲ ਦੀ ਦੇਖਣਾ। ਹੁਣ ਉਹਨੇ ਮੋਡੂਲੇਟਿੰਗ ਸਿਗਨਲ ਜਿਹੜਾ ਨਾ, ਦੇਖੋ ਇਸ ਤਰੀਕੇ ਨਾਲ ਲਿਆ, ਇੱਕ ਸਾਈਕਲ ਲੈ ਲਿਆ, ਸਾਈਕਲ ਦਾ ਆ ਰਾਈਜ਼ਿੰਗ ਐਜ ਹੈ, ਇੰਨੀ ਜਗ੍ਹਾ ਮੈਕਸਿਮਮ ਪੀਕ ਹੈ ਪਰ ਕਾਂਸਟੈਂਟ ਹੈ, ਇਧਰੋਂ ਫਿਰ ਮੈਕਸਿਮਮ ਟੂ 0 ਟੂ ਨੈਗੇਟਿਵ ਮੈਕਸਿਮਮ ਇਹ ਫਾਲ ਕਰ ਰਿਹਾ, ਦੈਨ ਫਿਰ ਨੈਗੇਟਿਵ ਮੈਕਸਿਮਮ ਦੇ ਵਿੱਚ ਇੰਨਾ ਕਾਂਸਟੈਂਟ ਹੈ, ਔਰ ਅੱਗੇ ਫਿਰ ਮੈਕਸਿਮਮ ਨੈਗੇਟਿਵ ਤੋਂ 0 ਵੱਲ ਨੂੰ ਆ ਰਿਹਾ। ਸੋ ਪੂਰੇ ਸਿਗਨਲ ਨੂੰ ਉਹਨੇ ਛੋਟੇ ਛੋਟੇ ਟਾਈਮ ਇੰਟਰਵਲ ਵਿੱਚ ਵੰਡ ਦਿੱਤਾ, ਜਿੱਥੇ ਜਿੱਥੇ ਸਿਗਨਲ ਗੈਰ ਹਾਜ਼ਰ ਹੈ ਉਹਨੂੰ T0 ਕਹਿਤਾ, ਜਿੱਥੇ ਆ ਰਾਈਜ਼ ਕਰ ਰਿਹਾ T1, ਫਿਰ ਜਿੱਥੇ ਕਾਂਸਟੈਂਟ ਹੈ ਉਹ T2, ਔਰ ਜਿੱਥੇ ਫਿਰ ਫਾਲ ਕਰ ਰਿਹਾ ਇੱਥੇ ਵੀ ਚੇਂਜ ਆ ਰਹੀ ਆ ਇਹ T3 0 ਤੱਕ, ਦੈਨ 0 ਟੂ ਨੈਗੇਟਿਵ ਮੈਕਸਿਮਮ T4, ਐਂਡ ਦੈਨ T5 ਨੈਗੇਟਿਵ ਮੈਕਸਿਮਮ ਕਾਂਸਟੈਂਟ ਹੈ, ਔਰ ਉਸ ਤੋਂ ਬਾਅਦ T6 ਹੈ, ਫਿਰ ਨੈਗੇਟਿਵ ਮੈਕਸਿਮਮ ਤੋਂ 0 ਵੱਲ ਨੂੰ ਆਉਣਾ। ਸੋ ਇਸ ਤਰੀਕੇ ਨਾਲ ਅਸੀਂ ਮੋਡੂਲੇਟਿੰਗ ਸਿਗਨਲ ਨੂੰ ਡਿਫਰੈਂਟ ਟਾਈਮ ਇੰਟਰਵਲਸ ਦੇ ਵਿੱਚ ਵੰਡ ਦਿੱਤਾ। ਠੀਕ ਹੈ, ਰਾਈਟ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ FM ਨੂੰ ਤੇ PM ਨੂੰ ਆਪਾਂ ਟਾਈਮ ਡੋਮੇਨ 'ਚ ਡਿਫਰੈਂਸ਼ੀਏਟ ਕਿੱਦਾਂ ਕਰਨਾ। ਹੁਣ ਦੇਖੋ, ਜਿੱਥੇ ਮੋਡੂਲੇਟਿੰਗ ਸਿਗਨਲ ਵੱਧ ਰਿਹਾ ਉੱਥੇ ਫ੍ਰੀਕੁਐਂਸੀ ਇਨਕਰੀਜ਼ ਹੋ ਰਹੀ, ਜਿੱਥੇ ਗੈਰ ਹਾਜ਼ਰ ਹੈ ਨਾ ਕੈਰੀਅਰ ਦੇ ਐਂਪਲੀਟਿਊਡ 'ਚ ਫਰਕ ਪੈ ਰਿਹਾ, ਨਾ ਇਹਦੀ ਇੱਥੇ ਫ੍ਰੀਕੁਐਂਸੀ 'ਚ, ਨਾ ਐਂਪਲੀਟਿਊਡ 'ਚ, ਨਾ ਫੇਜ਼ 'ਚ, ਦੋਨਾਂ ਕੇਸਾਂ ਦੇ ਵਿੱਚ। ਰੋਟੀ ਖਾਣੀ ਔਖੀ ਕੀਤੀ ਵੀ ਆ। ਰੋਟੀ ਖਾਣਾ ਵੇ ਰੋਟੀ ਉਹ ਸਰ ਕਨੈਕਟ ਹੋਏ ਪਏ। ਜਿਹੜੇ ਤੁਸੀਂ ਇਹਨਾਂ ਦੇ ਕਲਾਸ ਨਾ ਹੀ ਲੋ, ਜੇ ਨੈਟ ਨਹੀਂ ਸਾਦਾ ਚੱਲਦਾ। ਬੇਟੇ ਨੈਟ ਚੱਲ ਰਿਹਾ, ਕੋਈ ਪ੍ਰੋਬਲਮ ਆ ਸਕਦੀ ਆ, ਕੀਪ ਸਾਇਲੈਂਟ। ਨੈਟ ਆ, ਇਲੈਕਟ੍ਰੋਨਿਕਸ ਮੀਡੀਆ, ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ। ਬੋਲੋ, ਹਾਂ ਬੋਲੋ। ਉਹ ਸਕਰੀਨ ਉਹ ਵੀ ਹਟ ਗਈ। ਸਕਰੀਨ ਸ਼ੇਅਰ ਨਹੀਂ ਹੋਈ, ਸਕਰੀਨ ਕਰ ਦੇਣੇ ਸ਼ੇਅਰ। ਨਹੀਂ ਆ ਨਹੀਂ ਰਿਹਾ, ਜਿਹੜਾ ਮਟੀਰੀਅਲ ਉੱਪਰ ਆ ਨਹੀਂ ਰਿਹਾ। ਹੈਲੋ, ਨਹੀਂ ਸਰ, ਨਹੀਂ ਆ ਰਿਹਾ। ਸਕਰੀਨ ਸ਼ੇਅਰਿੰਗ ਆਨ ਨਹੀਂ ਹੋਈ ਸਰ ਤੁਹਾਡੀ। ਲੋ ਕੋਈ ਨਹੀਂ, ਹੁਣ ਹੋ ਗਈ, ਹੁਣ ਆ ਗਈ। हाँ स्टूडेंट्स, हेलो, आ गया बच्चों?
हाँ जी सर। आ गया मैं आगे क्या सर जी। यस सर। थोड़ी बहुत नेट ਦੀ ਬੇਟੇ ਮੋਬਾਈਲ ਨਾਲ ਤਾਂ ਪ੍ਰੋਬਲਮ ਆਉਂਦੀ हेलो। ਹੌਟਸਪੌਟ ਔਨ ਕੀਤਾ ਹੁਣ ਆ ਗਈ। ਹਾਂਜੀ ਸਰ। ਅੱਛਾ ਹੁਣ ਦੇਖੋ ਆਪਾਂ ਆਹ ਡਾਇਗਰਾਮ ਦੇਖੋ ਫ੍ਰੀਕੁਐਂਸੀ ਮੋਡੂਲੇਸ਼ਨ ਦੇ ਵਿੱਚ ਦੇਖੋ ਜਿੱਥੇ ਐਂਪਲੀਟਿਊਡ ਵੱਧ ਰਿਹਾ ਮੋਡੂਲੇਟਡ ਸਿਗਨਲ ਦਾ ਸਰ T1 ਇੰਟਰਵਲ ਸਕਰੀਨ ਸ਼ੇਅਰ ਨਹੀਂ ਹੋਈ। सर जी आ गई हूँ। ਆ ਤੇ ਰਹੀ ਆ ਬੇਟੇ ਸਰ ਇਹ ਸਕਰੀਨ ਸ਼ੇਅਰ ਹੋ ਰਹੀ ਹੈ। ਉਹ ਤਾਂ ਰਹੀ ਆ ਨੈਟਵਰਕ ਬਾਕੀ ਤੁਹਾਡੇ ਕਰਕੇ ਆ। ਆਪਣੇ ਸਿਸਟਮ 'ਚ ਪ੍ਰੋਬਲਮ ਨਾ ਹੋਵੇ ਦੇਖੋ ਹੋ ਰਹੀ ਆ ਨਾ। सर आई नहीं। अजय सर लोडिंग हो रही है स्क्रीन शेयरिंग हो गई। आ गई सर। हाँ। ਆ ਆ ਗਈ ਗਈ ਸਰ। ਚਲੋ ਹਾਂ ਚਲੋ ਕੋਈ ਨਹੀਂ। ਅੱਛਾ ਹਾਂਜੀ ਜਿੱਥੇ ਹਾਂਜੀ ਹੁਣ T1 ਟਾਈਮ ਇੰਟਰਵਲ ਦੇ ਵਿੱਚ ਉਹ ਸਿਗਨਲ ਐਂਪਲੀਟਿਊਡ ਵੱਧ ਰਿਹਾ ਉੱਥੇ ਫ੍ਰੀਕੁਐਂਸੀ ਇਨਕਰੀਜ਼ ਹੋ ਰਹੀ ਆ FM ਦੇ ਕੇਸ ਵਿੱਚ ਪਰ PM ਦੇ ਕੇਸ ਵਿੱਚ ਉਹ ਘਟ ਰਹੀ ਆ ਔਰ ਉਸ ਤੋਂ ਬਾਅਦ T2 ਟਾਈਮ ਇੰਟਰਵਲ ਦੇ ਵਿੱਚ ਐਂਪਲੀਟਿਊਡ ਮੈਕਸਿਮਮ ਆ ਪਰ ਕਾਂਸਟੈਂਟ ਹੈ ਫ੍ਰੀਕੁਐਂਸੀ ਵੀ ਮੈਕਸਿਮਮ ਹੋ ਗਈ ਆ ਪਰ ਫ੍ਰੀਕੁਐਂਸੀ ਜਿੰਨੀ ਮੈਕਸਿਮਮ ਸੀ ਉਹ ਕਾਂਸਟੈਂਟ ਹੀ ਰਹੀ ਮੰਨ ਲਓ ਜਿੰਨੀ ਵੱਧ ਗਈ ਇਹ ਤੋਂ ਨਾ ਉਹ ਘਟੀ ਆ ਨਾ ਵਧੀ ਤੋਂ ਵਧੀ ਆ ਸੋ ਜਿੰਨੀ ਵੱਧ ਗਈ ਸੀ ਉਨੀ ਰਹੀ ਕਿਉਂਕਿ ਐਂਪਲੀਟਿਊਡ ਕਾਂਸਟੈਂਟ ਹੈ ਪਰ ਇੱਥੇ ਕੈਰੀਅਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਐਂਪਲੀਟਿਊਡ ਕਾਂਸਟੈਂਟ ਹੈ ਮੋਡੂਲੇਟਿੰਗ ਸਿਗਨਲ ਦਾ ਜਦੋਂ ਐਂਪਲੀਟਿਊਡ ਕਾਂਸਟੈਂਟ ਹੈ ਫੇਸ ਦੀ ਕੈਰੀਅਰ ਦੇ ਵਿੱਚ ਫ੍ਰੀਕੁਐਂਸੀ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਹੁਣ ਤੁਸੀਂ ਦੇਖੋ ਇੱਥੇ ਫਿਰ ਐਂਪਲੀਟਿਊਡ ਜਿਹੜਾ ਆ ਉਹ ਮੈਕਸਿਮਮ ਤੋਂ 0 ਫਿਰ 0 ਤੋਂ ਨੈਗੇਟਿਵ ਮੈਕਸਿਮਮ ਚੇਂਜ ਆ ਰਹੀ ਹੈ ਨਾ T3 ਇੰਟਰਵਲ ਦੇ ਵਿੱਚ तो FM ਦੇ ਕੇਸ ਵਿੱਚ ਇੰਨੀ ਜਗ੍ਹਾ ਫ੍ਰੀਕੁਐਂਸੀ ਘਟ ਗਈ ਠੀਕ ਹੈ ਔਰ PM ਦੇ ਕੇਸ ਦੇ ਵਿੱਚ ਇਹ ਫ੍ਰੀਕੁਐਂਸੀ ਵੱਧ ਗਈ ਕਿਉਂਕਿ ਜਿੱਥੇ ਐਂਪਲੀਟਿਊਡ ਦੇ ਵਿੱਚ ਚੇਂਜ ਹੈ ਤੁਸੀਂ ਨੋਟ ਕੀਤਾ ਹੋਣਾ ਜਿੱਥੇ ਐਂਪਲੀਟਿਊਡ ਰੇਟ ਆਫ ਚੇਂਜ ਆਫ ਵੱਧ ਰਿਹਾ ਰੇਟ ਆਫ ਚੇਂਜ ਆਫ ਮੋਡੂਲੇਟਿੰਗ ਸਿਗਨਲ ਦੇ ਵਿੱਚ ਚੇਂਜ ਆ ਰਹੀ ਆ ਜਿੱਦਾਂ 0 ਟੂ ਮੈਕਸਿਮਮ ਦੈਨ ਫਿਰ ਮੈਕਸਿਮਮ ਟੂ 0 0 ਟੂ ਨੈਗੇਟਿਵ ਮੈਕਸਿਮਮ ਉੱਥੇ ਫੇਸ ਦੇ ਵਿੱਚ ਚੇਂਜ ਆ ਰਹੀ ਫੇਸ ਦੀ ਫ੍ਰੀਕੁਐਂਸੀ ਦੇ ਵਿੱਚ ਚੇਂਜ ਆ ਰਹੀ ਜਿੱਥੇ ਉਹ ਵੱਧ ਰਿਹਾ ਉਹ ਘਟ ਰਹੀ ਹੈ ਜਿੱਥੇ ਉਹ ਘਟ ਰਿਹਾ ਉਹ ਵੱਧ ਰਹੀ ਹੈ ਪਰ FM ਦੇ ਵਿੱਚ ਕੀ ਆ ਜਿੱਥੇ ਮੋਡੂਲੇਟਿੰਗ ਸਿਗਨਲ ਵਧਿਆ ਫ੍ਰੀਕੁਐਂਸੀ ਵੱਧ ਗਈ ਜਿੱਥੇ ਮੈਕਸਿਮਮ ਆ ਉੱਥੇ ਵੀ ਵੱਧ ਗਈ ਪਰ ਉਹ ਕਾਂਸਟੈਂਟ ਰਹੀ ਹੈ ਉਹਨੇ ਪੀਰੀਅਡ 'ਚ ਠੀਕ ਹੈ ਔਰ ਸੈਕੰਡ ਫਿਰ ਤੁਸੀਂ ਇੱਧਰ ਦੇਖੋ T4 ਤੋਂ ਲੈ ਕੇ T5 ਜਿਹੜਾ ਇੰਟਰਵਲ ਹੈ ਉਹਦੇ ਵਿੱਚ ਜਿਹੜੀ ਫ੍ਰੀਕੁਐਂਸੀ ਆ ਕਿਉਂਕਿ ਐਂਪਲੀਟਿਊਡ ਘਟ ਰਿਹਾ ਤੇ ਫ੍ਰੀਕੁਐਂਸੀ ਘਟ ਰਹੀ FM ਦੀ ਪਰ ਫੇਸ ਮੋਡੂਲੇਸ਼ਨ ਜਿਹੜਾ ਵੱਧ ਰਿਹਾ ਠੀਕ ਹੈ ਕਿਉਂਕਿ ਚੇਂਜ ਆ ਰਹੀ ਮੋਡੂਲੇਟਿੰਗ ਸਿਗਨਲ ਦੇ ਐਂਪਲੀਟਿਊਡ ਦੇ ਵਿੱਚ ਰੇਟ ਆਫ ਚੇਂਜ ਆਫ ਮੋਡੂਲੇਟਿੰਗ ਸਿਗਨਲ ਹੋ ਰਿਹਾ ਹੁਣ ਇੱਥੇ ਇੰਨੇ ਪੀਰੀਅਡ ਲਈ T5 ਲਈ ਉਹ ਕਾਂਸਟੈਂਟ ਹੈ तो T5 ਲਈ ਕਾਂਸਟੈਂਟ ਹੈ ਫ੍ਰੀਕੁਐਂਸੀ FM ਦੀ ਤਾਂ ਘਟੀ ਪਰ ਕੈਰੀਅਰ ਦੇ ਵਿੱਚ ਫੇਸ ਦੇ ਵੀ ਕੈਰੀਅਰ ਦੇ ਵਿੱਚ ਕੋਈ ਚੇਂਜ ਨਹੀਂ ਤੋ ਇਹਨਾਂ ਦੋਨਾਂ ਫਿਗਰਾਂ ਤੋਂ ਇਹ ਮਤਲਬ FM ਤੇ PM ਤੋਂ ਵਿਦ ਰਿਸਪੈਕਟ ਟੂ ਮੋਡੂਲੇਟਿੰਗ ਸਿਗਨਲ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਫ੍ਰੀਕੁਐਂਸੀ ਆ ਉਹਦੇ ਵਿੱਚ ਚੇਂਜ ਤਾਂ ਹੋ ਰਹੀ ਆ ਵੀ ਐਂਪਲੀਟਿਊਡ ਜੇ ਵੱਧ ਰਿਹਾ ਜਾਂ ਘਟ ਰਿਹਾ ਠੀਕ ਹੈ ਪਰ ਜਿਹੜਾ ਫੇਸ ਹੈ ਫੇਸ ਦੀ ਆ ਜਿਹੜੀ ਫੇਸ ਮੋਡੂਲੇਟਡ ਸਿਗਨਲ ਹੈ ਇਹ ਵੀ ਕੈਰੀਅਰ ਦੀ ਫ੍ਰੀਕੁਐਂਸੀ ਆ ਇੱਥੇ ਕੈਰੀਅਰ ਦੀ ਫ੍ਰੀਕੁਐਂਸੀ ਵਿੱਚ ਕਦੋਂ ਚੇਂਜ ਆ ਰਹੀ ਆ ਜਦੋਂ ਮੋਡੂਲੇਟਿੰਗ ਸਿਗਨਲ ਦਾ ਜਿਹੜਾ ਐਂਪਲੀਟਿਊਡ ਦੇ ਰੇਟ ਆਫ ਚੇਂਜ ਜਿਹੜਾ ਐਂਪਲੀਟਿਊਡ ਦੇ ਮੋਡੂਲੇਟਿੰਗ ਸਿਗਨਲ ਦੇ ਵਿੱਚ ਚੇਂਜ ਆ ਰਹੀ ਆ ਮਤਲਬ ਰੇਟ ਆਫ ਚੇਂਜ ਇਦਾਂ ਹੀ ਇੱਥੇ ਰੇਟ ਆਫ ਚੇਂਜ ਉਸ ਵੇਲੇ ਫੇਸ 'ਚ ਚੇਂਜ ਆਉਣਾ ਫੇਸ 'ਚ ਚੇਂਜ ਆਉਣ ਕਰਕੇ ਕੈਰੀਅਰ ਦੀ ਫ੍ਰੀਕੁਐਂਸੀ ਵਿੱਚ ਚੇਂਜ ਆਉਣਾ ਸੋ ਇਹ ਦੋ ਮੇਜਰ ਫਰਕ ਹੈ ਪਤਾ ਲੱਗ ਗਿਆ ਹੈਲੋ हाँ बच्चों यस सर हाँ लग रहा ठीक है Yeah. सो इस तरीके ਨਾਲ ਆ ਸਾਰਾ ਕੁਝ ਇਹੀ ਐਕਸਪਲੇਨ ਕੀਤਾ ਠੀਕ ਹੈ ਤੁਸੀਂ ਆਪਾਂ ਦੇਖਿਆ ਸੀ ਕਿ ਅਪੋਨ ਟਾਈਮ ਇੰਟਰਵਲ ਜਿਹੜੇ ਵੰਡ ਦਿੱਤੇ ਉਹਦੇ ਵਿੱਚ ਆਪਾਂ ਦੇਖਿਆ ਸੀ ਤੇ ਬਟ ਡਿਊਰਿੰਗ ਦੀ T2 ਤੇ T5 ਵਿੱਚ ਫ੍ਰੀਕੁਐਂਸੀ ਆਫ PM ਰਿਮੇਨਸ ਕਾਂਸਟੈਂਟ ਕਿਉਂ ਕਿਉਂਕਿ ਜਿਹੜੀ ਰੇਟ ਆਫ ਚੇਂਜ ਹੈ ਉਹ ਨਹੀਂ ਆ ਰਹੀ ਮਤਲਬ ਐਂਪਲੀਟਿਊਡ ਜਿਹੜਾ ਕਾਂਸਟੈਂਟ ਹੈ तो कांस्टेंट का मतलब है फिर फेज ਉਹਦੇ ਵਿੱਚ ਕੋਈ ਚੇਂਜ ਨਹੀਂ ਫੇਸ ਦੇ ਵਿੱਚ ਜਦੋਂ ਮੋਡੂਲੇਟਿੰਗ ਸਿਗਨਲ ਦਾ ਐਂਪਲੀਟਿਊਡ ਵਧਣਾ ਜਾਂ ਘਟਣਾ ਇਹਦਾ ਮਤਲਬ ਉਹਦੇ ਰੇਟ 'ਚ ਚੇਂਜ ਆਈ ਤੇ ਫਿਰ ਇਹਦਾ ਮਤਲਬ ਫੇਸ ਫ੍ਰੀਕੁਐਂਸੀ ਦੀ ਮੋਡੂਲੇਸ਼ਨ 'ਚ ਚੇਂਜ ਆਈ ਸੋ ਇੱਥੋਂ ਪਤਾ ਲੱਗ ਰਿਹਾ ਕਹਿੰਦਾ ਦਿਸ ਕਲੀਅਰਲੀ ਇਲਸਟ੍ਰੇਟ ਦੈਟ ਫ੍ਰੀਕੁਐਂਸੀ ਵੇਰੀਏਸ਼ਨ ਇਨ PM ਫ੍ਰੀਕੁਐਂਸੀ ਜਿਹੜੀ ਕੈਰੀਅਰ ਦੀ ਫ੍ਰੀਕੁਐਂਸੀ ਦੇ ਵਿੱਚ ਵੇਰੀਏਸ਼ਨ ਹੋਣੀ ਆ ਖਾਸ ਕਰਕੇ ਫੇਸ ਮੋਡੂਲੇਟਡ ਸਿਗਨਲ ਦੇ ਵਿੱਚ ਇਹ ਉਦੋਂ ਹੀ ਵਾਪਰਦੀ ਆ ਜਦੋਂ मॉड्यूलेटेड सिग्नल एम्पलीट्यूड वेरी करता समझ आ गई पता लग गया बेटे मतलब जब उन्हें कांस्टेंट रहना फिर कोई चेंज नहीं पर जब उन्हें वेरी करना उदों PM ਦੇ ਵਿੱਚ ਫ੍ਰੀਕੁਐਂਸੀ 'ਚ ਚੇਂਜ ਆਉਣੀ ਆ चेंज है ਹਾਂ ਠੀਕ ਹੈ ਹੁਣ ਮੈਕਸਿਮਮ ਫ੍ਰੀਕੁਐਂਸੀ ਡੈਵੀਏਸ਼ਨ ਦੀ ਗੱਲ ਕਰੀਏ ਇਹ ਆਪਾਂ ਡਿਫਰੈਂਸ ਦੀ ਗੱਲ ਕੀਤੀ ਆ ਮੈਕਸਿਮਮ ਫ੍ਰੀਕੁਐਂਸੀ ਡੈਵੀਏਸ਼ਨ ਫੇਜ਼ FM ਵਿੱਚ ਤੇ PM 'ਚ ਕਦੋਂ ਹੁੰਦੀ ਆ
देखो आ दोनों डायग्राम जो मैक्सिमम डेविएशन इतने जो एंपलीट्यूड मॉडुलेटेड सिग्नल का बढ़ गया इस पॉइंट ते या इस पॉइंट ते डेविएशन होनी मैक्सिमम, ठीक है। पर इन केस ऑफ पीएम जी डेविएशन है वो रेट ऑफ चेंज नाल है, वो रेट ऑफ चेंज नाल ते रेट ऑफ चेंज वो जीरो क्रॉसिंग ते है, जदा इत्थों इत्थे तक वधिया फिर मैक्सिमम तो घटिया ਇਹਦਾ मतलब दोनों वारी जीरो क्रॉसिंग आई। सो दोनों जिथों दोनों जीरो क्रॉसिंग है उत्थे फेस दे विच मैक्सिमम डेविएशन होनी आ ते जिथे मैक्सिमम एंपलीट्यूड आ मॉडुलेटिंग सिग्नल दा ओदी फ्रीक्वेंसी दे विच मैक्सिमम डेविएशन होनी आ। सो इस तरीके नाल डेविएशन दा मतलब जिहड़ी कैरियर फ्रीक्वेंसी आ वो अपने तो किन्ने का अमाउंट नाल डेविएट हुंदी आ, ठीक है। दोनों केसां दे विच एफएम दे विच जिथे एंपलीट्यूड मैक्सिमम आ पॉजिटिव मैक्सिमम या नैगेटिव मैक्सिमम उत्थे मैक्सिमम फ्रीक्वेंसी डेविएशन होनी आ ते पीएम दे विच जिहड़ी मैक्सिमम फ्रीक्वेंसी डेविएशन या फेस डेविएशन होनी आ वो जीरो क्रॉसिंग ते होनी, ठीक है। आ देखो आल दो फेस मॉडुलेशन प्रोड्यूसर एफएम, सानू पता कि फेस मॉडुलेशन एफएम भी प्रोड्यूस करता यानी फ्रीक्वेंसी मॉडुलेशन प्रोड्यूस करता। द मैक्सिमम डेविएशन अकर्स एट दी डिफरेंट पॉइंट्स ऑफ मॉडुलेटिंग सिग्नल, जिहड़ी देखो एफएम तो पीएम बन सकती, पीएम तो भी एफएम बन सकती, पर जिहड़ी डेविएशन है दोनों पॉइंटां दे दोनों ही केसां दे विच वो मॉडुलेटिंग सिग्नल दे डिफरेंट पॉइंट ते हुंदी आ। देखो एफएम दे विच जिहड़ी मैक्सिमम डेविएशन है वो इहदे पीक वैल्यू ते आ, जिहड़ी पीएम दे विच मैक्सिमम डेविएशन है वो जीरो क्रॉसिंग ते आ। सो दोनों जगह पॉइंट डिफर हो गया ना, पता लग गया? हेलो यस हाँ हाँ बच्चों, हाँ जी सर। हाँ ठीक है। हुण आपां गल करांगे ये उन्हें मैक्सिमम फेस डेविएशन की गल करती, ठीक है। ते हुण आपां दोनों दे देखांगे जिहड़ी मॉडुलेटिंग फ्रीक्वेंसी है इहदे वधण जां घटण दे नाल एफएम ते पीएम दे कोई फर्क पैंदा। देखो जे मैं एफएम की गल करा फ्रीक्वेंसी डेविएशन इज प्रोपोर्शनल ओनली टू एंपलीट्यूड वेरिएशन, आ सिंपल जी गल सीधा क्लीयर लिखा भी जिहड़ी फ्रीक्वेंसी एफएम दे विच फ्रीक्वेंसी की डेविएशन है वो मॉडुलेटेड सिग्नल के एंपलीट्यूड के प्रोपोर्शनल है, यानी वो जे एंपलीट्यूड वेरी करूगा मॉडुलेटेड सिग्नल का तो फ्रीक्वेंसी डेविएशन भी चेंज होएगी। पर पता लग गया एंपलीट्यूड के नाल फ्रीक्वेंसी डेविएशन फर्क पै रहा एफएम च, पर मॉडुलेटिंग फ्रीक्वेंसी नाल कोई फर्क नहीं पै रहा, इस करके ये तो इंडिपेंडेंट है। पता लग गया। दूजे पासे जे पीएम की गल करिए जे मैं मॉडुलेटिंग फ्रीक्वेंसी च चेंज लियाना मान लो ਉਹਦੇ ਨਾਲ ਕੀ ਆ ਜਿਹੜਾ ਮੋਡੂਲੇਟਿੰਗ ਫ੍ਰੀਕੁਐਂਸੀ ਜਿਹੜਾ ਜੇ ਚ ਇਨਫੋਰਮੇਸ਼ਨ ਜੇ ਸਿਗਨਲ ਜੇ ਇਹਦੀ ਫ੍ਰੀਕੁਐਂਸੀ ਚੇਂਜ ਆ ਗਈ ਤੇ ਉਹਦੀ ਮੋਡੂਲੇਟਿੰਗ ਵੋਲਟੇਜ ਦੇ ਵਿੱਚ ਵੀ ਰੇਟ ਆਫ ਚੇਂਜ ਆਏਗਾ। ਆ ਦੇਖੋ ਰੇਟ ਆਫ ਚੇਂਜ ਆਫ ਮੋਡੂਲੇਟਿੰਗ ਵੋਲਟੇਜ ਵਿਲ ਆਲਸੋ ਚੇਂਜ। ਮਤਲਬ ਕਹਿਣ ਦਾ ਪੀਐਮ ਦੇ ਵਿੱਚ ਇੱਥੇ ਮੋਡੂਲੇਟਿੰਗ ਫ੍ਰੀਕੁਐਂਸੀ ਦੇ ਵਿੱਚ ਚੇਂਜ ਆਈ ਜਾਂ ਨਾ ਆਈ ਐਫਐਮ ਨੂੰ ਕੋਈ ਫਰਕ ਨਹੀਂ ਪੈਂਦਾ ਪਹਿਲੇ ਕੇਸ, ਪਰ ਐਂਪਲੀਟਿਊਡ 'ਚ ਜੇ ਚੇਂਜ ਆਈ ਤੇ ਫ੍ਰੀਕੁਐਂਸੀ ਡੈਵੀਏਸ਼ਨ ਹੋਣੀ। ਪਰ ਪੀਐਮ ਦੇ ਕੇਸ ਦੇ ਵਿੱਚ ਜੇ ਮੋਡੂਲੇਟਿੰਗ ਫ੍ਰੀਕੁਐਂਸੀ ਚੇਂਜ ਆਈ ਤੇ ਮੋਡੂਲੇਟਿੰਗ ਵੋਲਟੇਜ ਦੇ ਰੇਟ 'ਚ ਵੀ ਚੇਂਜ ਆਉਣੀ ਆ, तो ये फ्रीकुएंसी डेविएशन अकर होनी आ, वो भी चेंज आएगी। पता लग गया? इसका मतलब पीएम दे विच दोनों केसा करके मॉडुलेटिंग सिग्नल की फ्रीकुएंसी करके ते मॉडुलेटिंग सिग्नल की वोल्टेज करके भी दोनों केसा करके फ्रीकुएंसी डेविएशन में फर्क पेगा। पर एफएम के केस दे विच सिर्फ एंपलीट्यूड सर हाँ जी हाँ बोलो सर जेड़ा फ्रीकुएंसी डिफरेंशिएशन ਇਹਦਾ मतलब फ्रीकुएंसी डेविएशन यानी जी कैरियर फ्रीकुएंसी है वो अपने अपने जिन्ना सपोज कैरियर फ्रीकुएंसी 100 मैगाहर्ट्ज है वो चेंज किन्नी आई, क्या वो घटी या वधी, उन्होंने आप डेविएशन बोलते हैं। मान लो अपने रास्ते चो किन्नी क भटकी, जिदा मान लो असीं कहिए भी 100 किलोहर्ट्ज का कैरियर है, 100 किलोहर्ट्ज के कैरियर तो वो क्या वधी यानी 101 किलोहर्ट्ज हो गई या 99 किलोहर्ट्ज हो गई। तो जे 101 हुई तो भी चेंज आई, जे 99 आई तो भी चेंज आई, मतलब वधण ते भी चेंज घटण ते भी चेंज। ये जी चेंज है ओरिजिनल वैल्यू तो इनू आप फ्रीकुएंसी डेविएशन बोलते हैं। पता लग गया? हाँ जी हाँ पता लग गया फ्रीकुएंसी डेविएशन, ठीक है। सो इस करके हुण इत्थों देखो बई आ देखो पी जो मॉडुलेटिंग फ्रीकुएंसी की गल की आपां 10 कहता इन पीएम फ्रीकुएंसी डेविएशन इंक्रीजेस, पीएम दे विच फ्रीकुएंसी डेविएशन दोनों केसां नाल ही वधदी। जे असीं मॉडुलेटिंग फ्रीकुएंसी दे विच चेंज लियाई उह च इंक्रीज करिए ਤੇ ਤਾਂ ਵੀ ਵਧਣੀ, ਜੇ ਚ ਘਟਾਈਏ ਤਾਂ ਵੀ ਉਹ ਘਟਣੀ ਆ। ਮਤਲਬ ਘਟਣ ਦੇ ਨਾਲ ਜੇ ਵਧਣਾ ਚੇਂਜ ਤਾਂ ਹੋਣੀ ਹੋਣੀ ਆ ਫ੍ਰੀਕੁਐਂਸੀ ਡੈਵੀਏਸ਼ਨ ਦਾ, ਇਹ ਮਤਲਬ ਹੈ। ਸੋ 10 ਆ ਦੇਖੋ ਉਹਨੇ ਰੈਕਟੈਂਗੂਲਰ ਦੇ ਵਿੱਚ ਬਣਾਇਆ 10 ਇਨ ਪੀਐਮ ਕੈਰੀਅਰ ਫ੍ਰੀਕੁਐਂਸੀ ਡੈਵੀਏਸ਼ਨ ਇਜ਼ ਪ੍ਰੋਪੋਰਸ਼ਨਲ ਟੂ ਬੋਥ ਮੋਡੂਲੇਟਿੰਗ ਫ੍ਰੀਕੁਐਂਸੀ। देखो पीएम ਦੇ ਵਿੱਚ ਜਿਹੜੀ ਕੈਰੀਅਰ ਫ੍ਰੀਕੁਐਂਸੀ ਆ ਉਹਦੇ ਵਿੱਚ
ਫੇਸ ਮੋਡੂਲੇਸ਼ਨ ਦੇ ਵਿੱਚ ਜਿਹੜੀ ਕੈਰੀਅਰ ਦੀ ਫ੍ਰੀਕੁਐਂਸੀ ਵਿੱਚ ਡੈਵੀਏਟ ਹੋਣਾ, ਜਿਹੜੇ ਕੈਰੀਅਰ ਦੀ ਫ੍ਰੀਕੁਐਂਸੀ ਨੇ ਡੈਵੀਏਸ਼ਨ ਹੋਣੀ ਉਹਦੀ, ਉਹ ਕਿਹਦੇ ਪ੍ਰੋਪੋਰਸ਼ਨਲ ਹੈ? ਉਹ ਦੋਨਾਂ ਕੇਸਾਂ ਦੇ ਪ੍ਰੋਪੋਰਸ਼ਨਲ ਹੈ, ਮੋਡੂਲੇਟਿੰਗ ਫ੍ਰੀਕੁਐਂਸੀ ਵੀ ਤੇ ਮੋਡੂਲੇਟਿੰਗ ਸਿਗਨਲ ਦਾ ਐਂਪਲੀਟਿਊਡ ਵੀ। ਜਦ ਕਿ FM ਦੇ ਵਿੱਚ ਕੈਰੀਅਰ ਫ੍ਰੀਕੁਐਂਸੀ ਜਿਹੜੀ ਡੈਵੀਏਸ਼ਨ ਉਹ ਸਿਰਫ ਤੇ ਸਿਰਫ ਐਂਪਲੀਟਿਊਡ ਆਫ ਮੋਡੂਲੇਟਿੰਗ ਸਿਗਨਲ ਦੇ ਪ੍ਰੋਪੋਰਸ਼ਨਲ ਹੈ। PM ਦੇ ਵਿੱਚ ਦੋਨਾਂ ਦੇ ਪ੍ਰੋਪੋਰਸ਼ਨਲ ਹੈ, ਫਿਰ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ਦੇ ਵੀ ਤੇ ਮੋਡੂਲੇਟਿੰਗ ਸਿਗਨਲ ਦੇ ਐਂਪਲੀਟਿਊਡ ਦੇ ਵੀ, ਪਰ FM ਦੇ ਵਿੱਚ ਸਿਰਫ ਇਕੱਲੇ ਐਂਪਲੀਟਿਊਡ, ਜਦ ਕਿ ਇੰਡੀਪੈਂਡੈਂਟ ਕਿਤੋਂ ਆ? ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ਤੋਂ। ਪਤਾ ਲੱਗ ਗਿਆ? ਇਹ ਮੇਜਰ ਡਿਫਰੈਂਸ ਹੈ। ਪਤਾ ਲੱਗ ਗਿਆ ਬੱਚੋ? ਹਾਂਜੀ, ਹੈਲੋ ਸਟੂਡੈਂਟਸ, हाँ जी हाँ जवाब दो बच्चे, बाकी हाँ ਇੱਕੋ ਹੀ ਬੱਚਾ ਬੋਲਦਾ, ਬਾਕੀ ਨਹੀਂ जी ਬੋਲਦਾ। सर ਹਾਂ ਅੱਛਾ, ਹੁਣ ਆਪਾਂ ਕੁਝ ਸੋਲਵਡ ਐਗਜ਼ਾਮਪਲਾਂ ਦੇਖਦੇ ਹਾਂ ਫਿਰ ਦੁਬਾਰਾ, ਠੀਕ ਨਹੀਂ? ਆ ਦੇਖੋ, FM ਵੇਵ ਕਹਿੰਦਾ ਇਜ਼ ਰਿਪਰੈਜ਼ੈਂਟਡ ਬਾਈ ਦੀ ਫੋਲੋਇੰਗ ਇਕੁਏਸ਼ਨ। ਆ ਇੱਕ ਫ੍ਰੀਕੁਐਂਸੀ ਮੋਡੂਲੇਟਡ ਸਿਗਨਲ ਦਾ ਮੈਥਮੈਟੀਕਲ ਐਕਸਪ੍ਰੈਸ਼ਨ, ਜਾਨੀ ਆਪਾਂ ਉਹ ਸਟੈਂਡਰਡ ਨਾਲ ਇਹਨੂੰ ਕੰਪੇਅਰ ਕਰਾਂਗੇ ਤੇ ਉਹਨੇ ਕੋਈ ਵੈਲਿਊ ਦਿੱਤੀਆਂ ਹੋਣਗੀਆਂ ਵੀ ਕੈਰੀਅਰ ਦੀ ਫ੍ਰੀਕੁਐਂਸੀ ਇੰਨੀ ਤੇ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ਇੰਨੀ, ਤੇ ਮੋਡੂਲੇਟਿੰਗ ਜਿਹੜਾ ਇੰਡੈਕਸ ਆ ਉਹ ਇੰਨਾ, ਤੇ ਕੈਰੀਅਰ ਦਾ ਐਂਪਲੀਟਿਊਡ ਇੰਨਾ। ਉਹਨੇ ਇੱਥੋਂ ਉਹਨੇ ਪੁੱਛਿਆ, ਕੁਐਸਚਨ ਦਿੱਤੀ ਆ, ਇੱਥੋਂ ਉਹਨੇ ਪੁੱਛਿਆ ਕਹਿੰਦਾ ਲੱਭਣਾ ਕੀ, ਫਾਈਂਡ ਕੀ ਕਰਨਾ? ਕੈਰੀਅਰ ਐਂਡ ਮੋਡੂਲੇਟਿੰਗ ਫ੍ਰੀਕੁਐਂਸੀ। ਪਹਿਲਾਂ ਤਾਂ ਇਕੁਏਸ਼ਨ ਨੂੰ ਇਹਦੇ ਨਾਲ ਕੰਪੇਅਰ ਕਰ ਲੈਣਾ ਸਟੈਂਡਰਡ ਨਾਲ। ਆ ਸਟੈਂਡਰਡ FM ਦੀ ਇਕੁਏਸ਼ਨ ਹੈ ਮੈਥਮੈਟੀਕਲ, ਠੀਕ ਆ? ਉੱਪਰ ਜਿਹੜੀ ਦਿੱਤੀ ਆ ਉਹਨੂੰ ਇਹਦੇ ਨਾਲ ਕੰਪੇਅਰ ਕਰ ਲੈਣਾ। ਇੱਥੋਂ ਆਪਾਂ ਪਹਿਲਾਂ ਕੈਰੀਅਰ ਫਿਰ ਮੋਡੂਲੇਟਿੰਗ ਫ੍ਰੀਕੁਐਂਸੀ ਕੱਢਣੀ ਆ, ਕੈਰੀਅਰ ਦੀ ਫ੍ਰੀਕੁਐਂਸੀ ਵੀ ਤੇ ਮੋਡੂਲੇਟਿੰਗ ਫ੍ਰੀਕੁਐਂਸੀ। ਸੈਕੰਡ ਕੀ ਪੁੱਛਿਆ? ਮੋਡੂਲੇਸ਼ਨ ਇੰਡੈਕਸ ਐਂਡ ਮੈਕਸਿਮਮ ਡੈਵੀਏਸ਼ਨ। ਮੋਡੂਲੇਸ਼ਨ ਇੰਡੈਕਸ ਕਿਹਦਾ? FM ਦਾ, MF ਕਿੰਨਾ, ਤੇ ਮੈਕਸਿਮਮ ਡੈਵੀਏਸ਼ਨ ਕਿੰਨੀ ਆ ਉਹ ਵੀ ਆਪਾਂ ਕੱਢਾਂਗੇ, ਠੀਕ ਹੈ? ਤੇ ਪਾਵਰ ਡਿਸੀਪੇਟਡ ਬਾਈ ਦੀ FM ਵੇਵ ਇਨ 5 Ω ਰਜਿਸਟਰ। ਹੁਣ ਜਿਹੜੀ ਪਾਵਰ ਟਰਾਂਸਮਿਟ ਹੋਈ ਆ, ਮੰਨ ਲਓ 5 Ω ਦਾ ਰਜਿਸਟਰ ਲੱਗਾ ਵਿੱਚ, ਇਹ 'ਚ ਕਿੰਨੀ ਪਾਵਰ ਜਿਹੜੀ ਡਿਸੀਪੇਟ ਹੋਈ ਆ ਉਹ ਵੀ ਆਪਾਂ ਕੱਢਣੀ ਆ। ਤੋਂ ਪਹਿਲਾਂ ਆਪਾਂ ਉਹ ਜਿਹੜੀ ਮੈਥਮੈਟੀਕਲ ਸਟੈਂਡਰਡ ਇਕੁਏਸ਼ਨ ਦਿੱਤੀ ਆ, ਉੱਪਰ ਜਿਹੜੀ ਦਿੱਤੀ ਗਿਵਨ ਇਕੁਏਸ਼ਨ, ਇਹਨੂੰ ਸਟੈਂਡਰਡ FM ਇਕੁਏਸ਼ਨ ਨਾਲ ਕੰਪੇਅਰ ਕਰਨਾ। तो जी स्टैंडर्ड FM इक्वेशन है वो आ देखो, लिखो EC साइन ऑफ आ देख ओमेगा CT प्लस MF साइन ओमेगा MT, ये ब्रैकेट दे विच स्केयर ब्रैकेट है, आ साइन बाहर है। तो ये साडी मैथमैटिकल एक्सप्रैशन है किहदा? FM वेव दा। EFM की आ? इंस्टैंटेनियस वैल्यू ऑफ फ्रीक्वेंसी मॉड्यूलेटेड सिग्नल, और ਉਹਦੇ ਵਿੱਚ ਛੋਟੀ ਜੋ ਘੱਟ ਤੋਂ ਘੱਟ ਜਿਹੜੀ ਇੰਸਟੈਂਟੇਨੀਅਸ ਵੈਲਿਊ ਫ੍ਰੀਕੁਐਂਸੀ ਮੋਡੂਲੇਟਡ ਸਿਗਨਲ ਅਸੀਂ ਲਈ ਆ, ਉਹਦੇ ਵਿੱਚ ਕੈਰੀਅਰ ਦਾ ਐਂਪਲੀਟਿਊਡ ਆ, ਕੈਰੀਅਰ ਫ੍ਰੀਕੁਐਂਸੀ ओमेगा C ਆ, ਤੇ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ओमेगा M ਆ, ਤੇ MF ਹੈਗਾ ਮੋਡੂਲੇਸ਼ਨ ਇੰਡੈਕਸ। ਹੁਣ ਇਹਨੂੰ ਆਪਾਂ ਕੰਪੇਅਰ ਕਰਦੇ ਹਾਂ, ਮੈਥਮੈਟੀਕਲ ਇਕੁਏਸ਼ਨ ਹੈ। ਕੈਰੀਅਰ ਫ੍ਰੀਕੁਐਂਸੀ ਹੁੰਦੀ ਆ ਦੇਖੋ 2 ਪਾਈ FC ਲੈਣੇ ਆ ਨਾ, ਕਿਉਂਕਿ ओमेगा ਆ ओमेगा ਦਿੱਤਾ, ओमेगा ਹੁੰਦਾ 2 ਪਾਈ FC, ਸੋ 2 ਪਾਈ ਇਹਦੇ ਨੀਚੇ ਲੈ ਆ, ਉੱਥੋਂ ਪਹਿਲੀ ਟਰਮ ਕਿੰਨੀ ਆ ਦੇਖ, ਆ ओमेगा C ਬਣ ਗਿਆ 5 × 10⁸ तो 2 पाई ਇਹਦੇ ਨੀਚੇ ਲੈ ਆਣਾ, ਉੱਥੋਂ FC ਕੱਢ ਲੈਣੇ, ਇਹਨੂੰ ਵੰਡ ਦਿਓ। ਸੋ ਇੰਨੀ ਸਾਡੀ ਕੈਰੀਅਰ ਫ੍ਰੀਕੁਐਂਸੀ ਆ ਗਈ। ਪਤਾ ਲੱਗ ਗਿਆ? ਪਾਈ ਦੀ ਵੈਲਿਊ ਅਸੀਂ 3.142 ਪੁੱਟ ਕਰ ਸਕਦੇ ਹਾਂ, ਜਾਂ 22/7। ਮੋਡੂਲੇਟਿੰਗ ਫ੍ਰੀਕੁਐਂਸੀ ਕੀ ਆ ਦੇਖੋ 4 ਸਾइन 1250t, ਜਿਹੜਾ 1250 ਆ ਇਹ ओमेगा M ਆ, ਉਹ ਲਿਖਿਆ ਨਾ ਦੇਖੋ, ਹੈ ਨਾ? तो ओमेगा M ਹੁੰਦਾ 2 ਪਾਈ FM, ਇੱਥੇ FM ਕਰਨਾ ਤੇ 2 ਪਾਈ ਉਹਦੇ ਨੀਚੇ ਲੈ, ਇਹਨੂੰ ਇਹਦੇ ਨਾਲ ਵੰਡ ਲਾ, 199 ਹਰਟਸ ਆ ਗਿਆ। ਤੁਸੀਂ ਹੁਣ ਦੋਨਾਂ ਦੀ ਫ੍ਰੀਕੁਐਂਸੀ ਫਰਕ ਦੇਖੋ, ਕੈਰੀਅਰ 79.75 ਮੈਗਾਹਰਟਸ ਹੈ, ਤੇ ਮੋਡੂਲੇਟਿੰਗ ਫ੍ਰੀਕੁਐਂਸੀ ਦੇਖੋ ਕਿੰਨੀ ਘੱਟ ਹੈ, ਉਹ ਹਰਟਸ ਦੇ ਵਿੱਚ ਆ, ਠੀਕ ਹੈ? ਹੁਣ ਮੋਡੂਲੇਸ਼ਨ ਇੰਡੈਕਸ ਕੱਢਣਾ, ਉਹ ਦੇਖੋ ਕੰਪੇਅਰ ਕਰੋ M 4 ਜਿਹੜਾ MF ਆ ਗਿਆ। तो ਇਹਦਾ ਮੰਨ ਲਓ ਆ 3-4 ਚੀਜ਼ਾਂ ਤਾਂ ਸਾਨੂੰ ਇੱਥੋਂ ਨਜ਼ਰ ਆਉਂਦੀਆਂ ਹੀ, ਪਤਾ ਲੱਗ ਗਿਆ? ਹੁਣ ਅਗਲਾ ਪੁਆਇੰਟ ਕੀ ਉਹਨੇ ਪੁੱਛਿਆ ਸੀ? ਮੈਕਸਿਮਮ ਡੈਵੀਏਸ਼ਨ ਹੁੰਦੀ ਸਾਨੂੰ ਪਤਾ, ਜੇ ਮੈਂ MF ਕੱਢਾਂ ਉਹ FM ਬਟੇ ਡੈਲਟਾ ਬਟੇ FM ਹੁੰਦਾ, ਠੀਕ ਹੈ? ਤੇ ਇੱਥੇ ਮੈਨੂੰ ਪਤਾ MF ਮੈਂ ਗਿਵਨ ਹੈ 4 ਤੇ FM ਵੀ ਮੈਂ ਕੱਢ ਲਈ 199, ਇਹਨਾਂ ਦੋਨਾਂ ਨੂੰ ਜਦੋਂ ਗੁਣਾ ਕਰ ਦੇਂਗਾ ਤਾਂ ਸਾਡਾ ਡੈਲਟਾ ਆ ਗਿਆ। ਪਤਾ ਲੱਗਿਆ? ਜਾਨੀ ਫ੍ਰੀਕੁਐਂਸੀ 796 ਹਰਟਸ, ਇਹ ਮੈਕਸਿਮਮ ਡੈਵੀਏਸ਼ਨ ਹੋਈ। ਹੁਣ ਇੱਥੋਂ ਤੁਸੀਂ ਨੋਟ ਕਰੋ, ਬੇਟੇ ਨੇ ਇੱਕ ਕੁਐਸਚਨ ਪੁੱਛਿਆ ਸੀ ਸਰ ਫ੍ਰੀਕੁਐਂਸੀ ਡੈਵੀਏਸ਼ਨ ਦਾ ਕੀ ਮਤਲਬ? ਹੁਣ ਦੇਖੋ ਬੇਟੇ ਹਰਨੇਕ ਆ ਦੇਖ 79.57 ਮੈਗਾਹਰਟਸ ਇੰਨੀ ਫ੍ਰੀਕੁਐਂਸੀ ਕੈਰੀਅਰ ਕੱਢੀ ਆ, ਇਹਦੇ ਵਿੱਚ ਜਿਹੜੀ ਚੇਂਜ ਆਈ ਆ ਉਹ ਇੰਨੇ ਨਾਲ ਆਈ 796 ਨਾਲ। ਪਤਾ ਲੱਗ ਗਿਆ? ਜਾਨੀ ਆ 796 ਹਰਟਸ ਮਤਲਬ ਆ ਫ੍ਰੀਕੁਐਂਸੀ ਦੇ ਵਿੱਚ ਆ ਜਿਹੜੀ ਆ 79.57 ਮੈਗਾਹਰਟਸ ਆ, ਇਹਦੇ ਵਿੱਚ ਜਿਹੜੀ ਚੇਂਜ ਆ ਇੰਨੀ ਆਈ 796 ਹਰਟਸ, तो ਇਹਨੂੰ ਅਸੀਂ ਫ੍ਰੀਕੁਐਂਸੀ ਡੈਵੀਏਸ਼ਨ ਕਹਿੰਦੇ ਆ। ਪਤਾ ਲੱਗ ਗਿਆ ਵੀ ਇਹਨਾਂ ਨਾਲ ਚਾਹੇ ਵੱਧ ਸਕਦੀ ਜਾਂ ਘਟ ਸਕਦੀ ਆ। ਹੁਣ ਉਹਨੇ ਅਗਲਾ ਕੁਐਸਚਨ ਪੁੱਛਿਆ ਵੀ 5 Ω ਰਜਿਸਟਰ ਦੇ ਵਿੱਚ
ਜਿਹੜੀ FM ਵੇਵ ਹੈ ਇਹਦੀ ਪਾਵਰ ਕਿੰਨੀ ਡਿਸੀਪੇਟ ਹੋਈ ਹੈ। तो पावर ਕੱਢਣ ਦਾ ਆ ਫਾਰਮੂਲਾ ਹੁੰਦਾ EC ਓਵਰ √2 ਦਾ ਹੋਲ ਸਕੁਆਇਰ ਬਟੇ R। ਜੇ ਮੈਂ RMS ਵੈਲਿਊ ਚ ਲੈਣੀ ਆ, ਜਦੋਂ ਵੀ ਮੈਂ RMS ਵੈਲਿਊ ਚ ਕੈਲਕੂਲੇਟ ਕਰਨਾ, ਜਿਹੜਾ ਵੀ ਐਂਪਲੀਟਿਊਡ ਆ ਉਹਨੂੰ √2 ਨਾਲ ਵੰਡ ਕੇ ਉਹਦਾ ਸਕੁਆਇਰ ਕਰ ਲਓ, ਠੀਕ ਹੈ। RMS ਵੈਲਿਊ, ਕਿਉਂਕਿ ਆ ਐਂਪਲੀਟਿਊਡ ਦਾ ਮਤਲਬ ਉਹਦੀ ਵੋਲਟੇਜ ਬਟੇ √2 ਦਾ ਹੋਲ ਸਕੁਆਇਰ ਬਟੇ R, ਇਹ RMS ਵੈਲਿਊ ਹੋ ਜਾਣੀ, ਰੂਟ ਮੀਨ ਸਕੁਆਇਰ ਵੈਲਿਊ। ਆਪਾਂ ਰੂਟ ਮੀਨ ਸਕੁਆਇਰ ਵੈਲਿਊ ਕਰਦੇ ਕਿਉਂਕਿ ਆਪਾਂ ਜਿਹੜੀ ਵੇਵਸ ਲੈਂਦੇ ਉਹ ਸਾਈਨੋਸਾਈਡਲ ਲੈਂਦੇ, ਤੇ ਉਹਦੇ ਵਿੱਚ ਆਪਾਂ AC ਦੇ ਵਿੱਚ ਜਿਹੜੀ ਸਾਈਨੋਸਾਈਡ ਦੀ ਨੇਚਰ ਉਹ AC ਆ, ਤੇ AC ਦੇ ਵਿੱਚ ਅਸੀਂ ਕਰੰਟ ਤੇ ਵੋਲਟੇਜ ਜਿਹੜੇ RMS ਵੈਲਿਊ ਚ ਕੈਲਕੂਲੇਟ ਕਰਦੇ। ਹੁਣ AC ਇੱਥੇ ਮੈਨੂੰ ਪਤਾ ਗਿਵਨ ਆ ਦੇਖ EC ਆ ਲਿਖਿਆ, ਉੱਪਰ EC ਕਿੰਨਾ ਉਹ ਦੇਖੋ 10, ਠੀਕ ਹੈ ਨਾ। ਮੈਥਮੈਟਿਕਲ ਇਕੁਏਸ਼ਨ ਚ 10 ਲਿਖਿਆ, 10 ਉੱਥੇ ਪੁੱਟ ਕੀਤਾ, √2 ਪਹਿਲਾਂ ਹੀ ਆ ਨਾਲ ਕਿਉਂਕਿ RMS ਵੈਲਿਊ ਲੈਣੀ, ਇਹਦਾ ਸਕੁਆਇਰ ਕਰਦੇ। 10 ਦਾ ਸਕੁਆਇਰ 100 ਹੋਣਾ, √2 ਦਾ 2 ਦਾ ਸਕੁਆਇਰ 2 ਹੀ ਰਹਿ ਜਾਣਾ, ਉਹ ਥੱਲੇ ਆ ਗਿਆ, 2 5 10, 100 10 ਨਾਲ ਵੰਡ ਦਿਓ ਤੇ 10 ਵਾਟ ਆ ਗਿਆ ਪਾਵਰ। ਸੋ 5 ਓਮ ਰਜਿਸਟਰ ਦੇ ਵਿੱਚ ਸਾਡੀ 10 ਵਾਟ ਪਾਵਰ ਡਿਸੀਪੇਟ ਹੋਏਗੀ। ਪਤਾ ਲੱਗ ਗਿਆ ਬੱਚਿਓ? हेलो, हाँ भाई स्टूडेंट्स रिस्पॉन्ड करो। हेलो, ओ बच्चों बोलो, हाँ स्टूडेंट्स कोई बोल नहीं रहा भाई। हेलो सर आ गए। हाँ बच्चों, हेलो सर। हाँ जी आ गई, स्क्रीन शेयर हो गया? हाँ नहीं, बच्चों आ गई सर, आ गई। हाँ वो नेट दी प्रॉब्लम है बेटे, दोनों एंड ते नेट दी प्रॉब्लम। चलो कोई खैर गल नहीं हो, कोई गल नहीं, अज दा थोड़ा जा मैं दस रहा जो आ समझ आ गया न्यूमेरिकल। यस सर। हाँ हुण अगली एग्जाम्पल आप करते हैं, थोड़ा जा मैनू एक्सपैंड कर लेना, ठीक है। आ देखो अगली एग्जाम्पल करते हैं, ਇਹਦੇ ਵਿੱਚ ਲਿਖਿਆ ਇਨ FM ਸਿਸਟਮ ਮੋਡੂਲੇਟਿੰਗ ਫ੍ਰੀਕੁਐਂਸੀ, ਜਿਹੜੀ FM ਫ੍ਰੀਕੁਐਂਸੀ ਮੋਡੂਲੇਟਡ ਸਿਸਟਮ ਹੈ, ਉਹਦੇ ਵਿੱਚ FM ਜਿਹੜੀ 1 ਕਿਲੋਹਰਟਜ਼ ਹੈ ਤੇ ਜਿਹੜਾ ਮੋਡੂਲੇਟਿੰਗ ਵੋਲਟੇਜ ਹੈ, ਮੋਡੂਲੇਟਿੰਗ ਸਿਗਨਲ ਦੀ ਵੋਲਟੇਜ ਹੈ ਜਾਂ ਐਂਪਲੀਟਿਊਡ ਹੈ ਉਹ 2 ਵੋਲਟ ਹੈ, ਡੈਵੀਏਸ਼ਨ 6 ਕਿਲੋਹਰਟਜ਼ ਹੈ। ਇਹ ਤਾਂ ਗਿਵਨ ਹੈ। ਕਹਿੰਦਾ ਇਫ ਦੀ ਮੋਡੂਲੇਟਿੰਗ ਵੋਲਟੇਜ ਇਜ਼ ਰੇਜ਼ਡ ਫਰਦਰ ਦੈਨ ਵਾਟ ਇਜ਼ ਕਿੰਨੀ ਆ, ਉਹ ਮੈਂ ਦੇਖ ਲੈਣਾ, ਇੱਥੇ ਲਿਖਿਆ ਹੋਣਾ, ਉਹ ਕੱਟ ਗਈ ਇਹਦਾ ਮਤਲਬ ਇਹਦੇ ਵਿੱਚੋਂ मैं देख लेना, कोई नहीं, ठीक है। भाई को कितना नंबर पेज है? यस, रेज टू 4 वोल्ट है, ठीक है। हेलो, आर यू लिसनिंग मी? हाँ बच्चों, हेलो। हाँ जी सर। यस सर। आ जो एग्जाम्पल है इन FM सिस्टम, जी मॉडुलेटिंग सिग्नल की फ्रीक्वेंसी 1 किलोहर्ट्ज गिवन है, ठीक है, और मॉडुलेटिंग वोल्टेज जी 2 वोल्ट है, तो डेविएशन जी 6 किलोहर्ट्ज है। हुण इत्थे तक स्टॉप करता है, गिवन है FM सिस्टम के FM दी, मॉडुलेटिंग सिग्नल की फ्रीक्वेंसी दी है, मॉडुलेटिंग सिग्नल का वोल्टेज दिता, एंपलीट्यूड दिता ते डेविएशन दी है। फिर उन्हें कहा कि इफ मॉडुलेटिंग वोल्टेज इज रेज टू 4 वोल्ट, अगर मैं पहला 2 वोल्ट सी ਉਹਦਾ ਐਂਪਲੀਟਿਊਡ, ਹੁਣ ਮੈਂ ਜੇ ਉਹਦੇ ਐਂਪਲੀਟਿਊਡ ਨੂੰ ਮੈਂ 4 ਵੋਲਟ ਕਰ ਦੇਵਾਂ, ਫਿਰ ਕਹਿੰਦਾ ਨਵੀਂ ਡੈਵੀਏਸ਼ਨ ਕਿੰਨੀ ਹੋਈ। ਪਹਿਲਾਂ ਡੈਵੀਏਸ਼ਨ ਜਿਹੜੀ 6 ਕਿਲੋਵਾਟ ਸੀ, ਅਗਰ ਮੈਂ 4 ਵੋਲਟ ਕਰ ਦੇਵਾਂ ਤਾਂ ਡੈਵੀਏਸ਼ਨ ਕਿੰਨੀ ਹੋਈ, ਠੀਕ ਹੈ, FM ਦੇ ਵਿੱਚ ਓਬਵੀਅਸਲੀ ਵਧੇਗੀ। ਇਫ ਦੀ ਮੋਡੂਲੇਟਿੰਗ ਵੋਲਟੇਜ ਇਜ਼ ਫਰਦਰ ਇਨਕਰੀਜ਼ ਟੂ 8 ਵੋਲਟ, ਹੁਣ ਫਿਰ ਕਹਿੰਦਾ ਉੱਥੇ ਇਨਕਰੀਜ਼ ਟੂ, ਜੇ ਕਹਿੰਦਾ ਮੈਂ ਪਹਿਲੇ ਕੇਸ 'ਚ ਜਿਹੜਾ ਦੇਖੋ 2 ਵੋਲਟ ਸੀ, ਫਿਰ 4 ਵੋਲਟ ਨੂੰ ਰੇਜ਼ ਕਰਤਾ ਤਾਂ ਉਹਨੇ ਨਵੀਂ ਡੈਵੀਏਸ਼ਨ ਪੁੱਛੀ। फिर वो कहता मैं मॉडुलेटिंग वोल्टेज जो मैं 8 वोल्ट तक इनक्रीज कर देव, फिर जी डेविएशन कितनी होएगी, और जो मैं जी मॉडुलेटिंग फ्रीक्वेंसी है उन्होंने मैं घटा देव, यानी 500 हर्ट्ज कर देव, फिर डेविएशन कितनी होएगी। सो 3 केस पूछे है उन्हें, देखो 3 केसों के पहला गिवन किया, मैनू सुन रहे हैं बच्चों? हेलो, हाँ जी सर। हाँ पहला देखो गिवन किया ये FM जी 1 किलोहर्ट्ज गिवन है, FM मीनस 10 मिनट रह गया यार, 2 न्यूमेरिकल होने, चलो कोई नहीं। जी मॉडुलेटिंग सिग्नल की फ्रीक्वेंसी है 1 किलोहर्ट्ज है, और जो मॉडुलेटिंग वोल्टेज है एंपलीट्यूड मॉडुलेटिंग सिग्नल का 2 वोल्ट गिवन है, फ्रीक्वेंसी डेविएशन गिवन है, ठीक है।
तो इत्थों पहला सानू आ पता स्टैंडर्ड रिलेशन भी जिहड़ी फ्रीकुएंसी डेविएशन है वो KF इंटू EM होंदी है ते KF इत्थे है नहींगा EM दिता आ वो कितनी है 2 वोल्ट ते डेल्टा कितनी है 6 किलोवाट तो KF इत्थों कट लो पता लग गया तो EM वो नीचे ले जा यस सर 6 किलोवाट बटे 2 वोल्ट आ गई आ 3 किलोवाट पर वोल्ट आ गया KF हुण अगले केस दे विच जिहड़ी वोल्टेज मैं 2 तो 4 ਵਧਾਤੀ फिर डेल्टा कटो डेल्टा कटने का तरीका KF इंटू EM KF ਜਿਹੜਾ ਪਹਿਲੇ ਵਾਲਾ ਪੁੱਟ ਕਰ ਦਿਓ 3 ਕਿਲੋਵਾਟ ਜਿਹੜਾ ਕੱਢਿਆ ਤੇ EM 4 ਪੁੱਟ ਕਰ ਦਿਓ ਇਹਦਾ ਮਤਲਬ ਹੁਣ ਡੈਵੀਏਸ਼ਨ ਕਿੰਨੀ ਆ ਗਈ 12 ਕਿਲੋਵਾਟ ਫਿਰ ਮੈਂ ਐਂਪਲੀਟਿਊਡ ਹੋਰ ਵਧਾਤਾ 8 ਵੋਲਟ ਪਰ ਫ੍ਰੀਕੁਐਂਸੀ ਮੋਡੂਲੇਟਡ ਸਿਗਨਲ ਦੀ ਘਟਾਤੀ ਠੀਕ ਹੈ ਤੇ ਹੁਣ ਕਿੰਨੀ ਡੈਵੀਏਸ਼ਨ ਆਈ ਡੈਵੀਏਸ਼ਨ ਹੁਣ ਕੱਢੋ KF ਇੰਟੂ EM KF ਉਹ ਆਪਾਂ ਉਹੀ ਕੱਢਿਆ 3 ਕਿਲੋ ਹਰਟਜ਼ ਪਰ ਵੋਲਟ ਤੇ EM ਹੁਣ 8 ਵੋਲਟ ਵਧਾਤੀ ਹੁਣ ਗੁਣਾ ਕਰੋ ਹੁਣ 24 ਕਿਲੋ ਹਰਟਜ਼ ਆ ਗਈ ਤੁਸੀਂ ਨੋਟ ਕੀਤਾ ਕਿ ਜਦੋਂ EM 2 ਵੋਲਟ ਸੀ ਤੇ ਡੈਵੀਏਸ਼ਨ ਜਿਹੜੀ ਸੀਗੀ ਉਹ 6 ਕਿਲੋ ਹਰਟਜ਼ ਸੀ ਜਦੋਂ EM 4 ਵੋਲਟ ਆ ਤੇ ਡੈਵੀਏਸ਼ਨ ਕਿੰਨੀ ਆ ਗਈ 12 ਕਿਲੋ ਹਰਟਜ਼ तो ਜਦੋਂ EM 8 ਵੋਲਟ ਹੈ ਤੇ ਡੈਵੀਏਸ਼ਨ ਕਿੰਨੋਂ ਆ ਗਈ 24 ਕਿਲੋ ਹਰਟਜ਼ तो ਇਹਦਾ ਮਤਲਬ ਕੀ ਆ ਵੀ ਮੋਡੂਲੇਟਿੰਗ ਉਹ ਕਹਿੰਦਾ ਚੇਂਜ ਇਨ ਮੋਡੂਲੇਟਿੰਗ ਫ੍ਰੀਕੁਐਂਸੀ ਦੇਖੋ ਮੋਡੂਲੇਟਿੰਗ ਫ੍ਰੀਕੁਐਂਸੀ ਪਹਿਲਾਂ ਕਿਲੋ ਹਰਟਜ਼ ਸੀ ਆ 1K ਸੀ ਬਾਅਦ ਚ ਮੈਂ 500 ਹਰਟਜ਼ ਕਰਤੀ ਜਾਨੀ ਅੱਧੀ ਕਰਤੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਕਿਹਦੇ ਨਾਲ ਪੈ ਰਿਹਾ ਡੈਵੀਏਸ਼ਨ ਚ ਸਿਰਫ EM ਨਾਲ ਪਹਿਲੇ ਕੇਸ ਚ EM 2 ਸੀ ਦੂਜੇ ਕੇਸ 'ਚ 4 ਆ ਤੀਜੇ ਕੇਸ 'ਚ 8 ਆ ਇਹਦੇ ਨਾਲ ਫ੍ਰੀਕੁਐਂਸੀ ਡੈਵੀਏਸ਼ਨ ਨੂੰ ਫਰਕ ਪੈਂਦਾ ਪਰ ਫ੍ਰੀਕੁਐਂਸੀ ਮੋਡੂਲੇਟਿੰਗ ਸਿਗਨਲ ਜਿਹੜੀ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ ਆ ਪਹਿਲਾਂ 1K ਸੀ ਬਾਅਦ 'ਚ 500 ਹਰਟਜ਼ ਕਰਤੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਤਾ ਲੱਗ ਗਿਆ ਸਮਝ ਆ ਗਏ ਬੱਚੋ यस सर ਹਾਂ ਅਗਲਾ ਨੂਮੈਰੀਕਲ ਇਸੇ ਨੂਮੈਰੀਕਲ ਨੂੰ ਹਾਂਜੀ ਸਰ ਹਾਂ ਇਸੇ ਨੂਮੈਰੀਕਲ ਨੂੰ ਉਹਨੇ ਐਕਸਟੈਂਡ ਕਰਕੇ ਅੱਗੇ ਇਹਦੇ ਵਿੱਚ ਹੋਰ ਪੁੱਛਿਆ ਵੀ ਕੈਲਕੂਲੇਟ ਦੀ ਮੋਡੂਲੇਸ਼ਨ ਇੰਡੈਕਸ ਇਨ ਈਚ ਕੇਸ ਦੋਨਾਂ ਤਿੰਨਾਂ ਕੇਸਾਂ ਦੇ ਵਿੱਚ ਆਪਾਂ ਮੋਡੂਲੇਸ਼ਨ ਇੰਡੈਕਸ ਕੱਢਣਾ ਫਿਰ ਰਿਜ਼ਲਟ ਤੇ ਕਮੈਂਟ ਕਰੋ ਕਹਿੰਦਾ ਕੀ ਆ ਹੁਣ ਆਪਾਂ ਪਹਿਲੇ ਕੇਸ ਦੇ ਵਿੱਚ ਆਪਾਂ ਨੂੰ ਫ੍ਰੀਕੁਐਂਸੀ ਡੈਵੀਏਸ਼ਨ 6 ਕਿਲੋਵਾਟ ਸੀ ਤੇ ਜਿਹੜੀ ਮੋਡੂਲੇਟਿੰਗ ਸਿਗਨਲ ਫ੍ਰੀਕੁਐਂਸੀ ਸੀ ਉਹ ਗਿਵਨ ਆ 1 ਕਿਲੋਵਾਟ ਹੈ ਉਹ ਗਿਵਨ ਸੀ ਪਤਾ ਲੱਗ ਗਿਆ ਉਹ 1 ਕਿਲੋਹਰਟਜ਼ ਗਿਵਨ ਸੀ ਮੋਡੂਲੇਸ਼ਨ ਇੰਡੈਕਸ ਕਿੱਦਾਂ ਕੱਢੀਦਾ ਦੇਖੋ ਡੈਲਟਾ ਬਟੇ ਐਫ ਡੈਲਟਾ ਕੀ ਹੈ ਫ੍ਰੀਕੁਐਂਸੀ ਡੈਵੀਏਸ਼ਨ ਤੇ ਆ ਹੈਗੀ ਮੋਡੂਲੇਟਿੰਗ ਸਿਗਨਲ ਦੀ ਫ੍ਰੀਕੁਐਂਸੀ तो डेल्टा 6 है तो ये कितनी है 1K तो 6 बटे 1 मीन 6 तो मॉड्यूलेशन इंडेक्स पहले केस 6 निकल आया सैकंड केस मॉड्यूलेशन इंडेक्स कितना निकलूगा ਇੱਥੇ ਆਪਾਂ ਜਿਹੜੀ ਫ੍ਰੀਕੁਐਂਸੀ 12 ਕਿਲੋਹਰਟਜ਼ ਕੱਢੀ ਸੀ ਤੇ ਫ੍ਰੀਕੁਐਂਸੀ 1 ਕਿਲੋਹਰਟਜ਼ ਗਿਵਨ ਹੀ ਆ ਹੁਣ ਇਹਨਾਂ ਦੋਨਾਂ ਦੀ ਲੈ ਲਾ ਰੇਸ਼ੋ ਤੇ ਮੋਡੂਲੇਸ਼ਨ ਇੰਡੈਕਸ 12 ਆ ਗਿਆ ਥਰਡ ਕੇਸ ਕੀ ਆ ਫ੍ਰੀਕੁਐਂਸੀ ਡੈਵੀਏਸ਼ਨ ਉਹ 24 ਕਿਲੋਹਰਟਜ਼ ਆਪਾਂ ਕੱਢੀ ਸੀ ਪਰ ਉਹਨੇ ਫ੍ਰੀਕੁਐਂਸੀ ਘਟਾਤੀ यानी 500 हर्ट्ज करती मींस 0.5 किलो हर्ट्ज कर दी हुण आपां मॉड्यूलेशन इंडेक्स कट तो आ देख ये आपां निकल गया डेल्टा बटे फ्रीक्वेंसी मॉड्यूलेटिंग सिग्नल मॉड्यूलेटिंग ऑफ फ्रीक्वेंसी मतलब फ्रीक्वेंसी जेडी मॉड्यूलेटिंग सिग्नल दी तो इस केस च मॉड्यूलेशन इंडेक्स 48 आ गया तो इतो की नोट कीता आपां की नोट कीता भी मॉड्यूलेशन इंडेक्स इज डिपेंडेंट ऑन दी वैल्यू ऑफ द डेविएशन एज वेल एज मॉड्यूलेटिंग फ्रीक्वेंसी पता लग गया ਜਿਹੜਾ MF ਨਿਕਲ ਰਿਹਾ ਉਹ ਆ ਦੇਖੋ ਡੈਵੀਏਸ਼ਨ ਤੇ ਵੀ ਜਿੱਦਾਂ ਡੈਵੀਏਸ਼ਨ ਪਹਿਲੇ ਕੇਸ ਚ ਕਿੰਨੀ ਸੀ 6 ਦੂਜੇ ਕੇਸ ਚ ਕਿੰਨੀ 12 ਤੀਜੇ ਕੇਸ ਚ ਕਿੰਨੀ 24 ਠੀਕ ਹੈ तो ਜੇ 6 ਆ ਮੋਡੂਲੇਸ਼ਨ ਇੰਡੈਕਸ ਦੇਖੋ ਕਿੰਨਾ ਨਿਕਲਿਆ ਮੋਡੂਲੇਸ਼ਨ ਡੈਵੀਏਸ਼ਨ ਵਧਾਤੀ ਫਿਰ ਮੋਡੂਲੇਸ਼ਨ ਇੰਡੈਕਸ ਵਧ ਗਿਆ ਜਿੱਦਾਂ ਜਿੱਦਾਂ ਮੋਡੂਲੇਸ਼ਨ ਡੈਵੀਏਸ਼ਨ ਵਧ ਰਹੀ ਹੈ ਉਦੋਂ ਦਾ ਮੋਡੂਲੇਸ਼ਨ ਇੰਡੈਕਸ ਵੀ ਵਧ ਰਿਹਾ ਪਰ ਜੇ ਮੋਡੂਲੇਟਿੰਗ ਫ੍ਰੀਕੁਐਂਸੀ ਘਟ ਰਹੀ ਆ ਤਾਂ ਵੀ ਮੋਡੂਲੇਸ਼ਨ ਇੰਡੈਕਸ ਵਧ ਰਿਹਾ ਪਤਾ ਲੱਗ ਗਿਆ हाँ जी हाँ बाकी का तो नहीं बोलते सिर्फ कला हरनेक ही बोलता 5 मिनट से 44 सेकंड 43 सेकंड रह गया अगला न्यूमेरिकल सो न्यूमेरिकल मैं तां डिस्कस कर रहा भी तुहानू थोड़ा पता लगे भी टर्मा की आ हुण देखो व्हाट इज द बैंडविड्थ रिक्वायर्ड फॉर FM सिग्नल वास्ते कितनी बैंडविड्थ चाहिए आ इफ द मॉडरेटिंग फ्रीक्वेंसी इज 1 किलोहर्ट्ज और मैक्सिमम डेविएशन 10 किलोहर्ट्ज the bandwidth required for बेटे की गल आवाज नहीं आवे हेलो बैंडविड्थ रिक्वायर्ड व्हाट इज द बैंडविड्थ रिक्वायर्ड फॉर डबल साइड बैंड फुल कैरियर AM वास्ते पहले केस ਦੇ ਵਿੱਚ ਉਹਨੇ ਕਿਹਾ ਵੀ FM ਸਿਗਨਲ ਦੀ ਬੈਂਡਵਿਡਥ ਲੱਭੋ ਜਦੋਂ ਸਾਨੂੰ ਮੋਡੂਲੇਟਿੰਗ ਫ੍ਰੀਕੁਐਂਸੀ 1 ਕਿਲੋ ਦਿੱਤੀ ਆ ਤੇ ਡੈਵੀਏਸ਼ਨ ਜਿਹੜੀ 10K ਦਿੱਤੀ ਆ ਇਹਨੂੰ ਆਪਾਂ ਕਾਰਸਰ ਰੂਲ ਨਾਲ ਲੱਭ ਸਕਦੇ ਆ ਕਾਰਸਰ ਰੂਲ ਜਿਹੜਾ ਬੈਂਡਵਿਡਥ ਉਹ ਇਦਾਂ ਕਹਿੰਦਾ 2 डेविएशन प्लस मैक्सिमम मॉड्यूलेटिंग फ्रीक्वेंसी तो डेविएशन से डेल्टा है तो मैक्सिमम मॉड्यूलेटिंग फ्रीक्वेंसी आप एफ के पैरा च M इतना रिप्रेजेंट करते हैं और डेल्टा सानू पता 10 गिवन है आ देखो
ਤੇ ਮੋਡੂਲੇਟਿੰਗ ਫ੍ਰੀਕੁਐਂਸੀ ਜਿਹੜੀ 1 ਗਿਵਨ ਹੈ 10 ਜਮਾ 1 11 11 ਦੂਣਾ 22 ਕਿਲੋਵਾਟਸ ਬੈਂਡਵਿਡਥ ਨਿਕਲ ਗਈ। ਇਹ ਕਿਹਦੇ ਨਾਲ ਨਿਕਲੀ? ਕਾਰਸਨ ਰੂਲ ਦੇ ਨਾਲ। ਤੋਂ ਇੱਥੋਂ ਸਾਨੂੰ ਪਤਾ ਲੱਗਿਆ ਇਹਨੇ ਕਰੈਕਟ ਰਿਜ਼ਲਟ ਦਿੱਤਾ ਕਿ ਮੋਡੂਲੇਸ਼ਨ ਇੰਡੈਕਸ FM ਜਿਹੜਾ ਆ ਉਹ ਜੇ ਗ੍ਰੇਟਰ ਦੈਨ 6 ਹੋਵੇ, ਮੋਡੂਲੇਸ਼ਨ ਇੰਡੈਕਸ ਜੇ ਗ੍ਰੇਟਰ ਦੈਨ 6 ਹੋਵੇ ਤਾਂ ਹੀ ਰਿਜ਼ਲਟ ਵਧੀਆ ਕੱਢਦਾ। ਤੇ ਇੱਥੇ ਆਪਾਂ ਮੋਡੂਲੇਸ਼ਨ ਇੰਡੈਕਸ ਗ੍ਰੇਟਰ ਦੈਨ 6 ਹੈਗਾ ਹੀ ਆ, ਕਿਉਂਕਿ ਉਹ ਕਿੱਦਾਂ ਕੱਢੀਦਾ? MF = ਡੈਲਟਾ ਬਟੇ FM। तो जे डेल्टा 10 है बटे FM कितनी 1, तो 10 बटे 1 मीन 10, ਇਹਦਾ मतलब मॉड्यूलेशन इंडेक्स 10 निकल गया। ठीक है, ਤਾਂ ਉਹਨੇ ਕਿਹਾ ਵੀ ਇਹ ਕਰੈਕਟ ਰਿਜ਼ਲਟ ਦਿੰਦਾ ਕਾਰਸਨ। ਉਹਨੇ ਪਹਿਲਾਂ ਹੀ ਕਹਿਤਾ ਸੀ ਜੇ ਮੋਡੂਲੇਸ਼ਨ ਇੰਡੈਕਸ ਦੀ ਵੈਲਿਊ ਗ੍ਰੇਟਰ ਦੈਨ 6 ਆ ਤਾਂ ਬੈਂਡਵਿਡਥ ਜਿਹੜੀ ਆ ਉਹ ਕਾਰਸਨ ਰੂਲ ਉਹਦਾ ਕਰੈਕਟ ਰਿਜ਼ਲਟ ਦੇਗਾ। ਪਤਾ ਲੱਗ ਗਿਆ? ਸੋ ਮੋਡੂਲੇਸ਼ਨ ਇੰਡੈਕਸ ਇੱਥੇ ਸਾਡਾ 10 ਨਿਕਲਿਆ, ਉਹ 6 ਨਾਲੋਂ ਵੱਡਾ। ਪਤਾ ਲੱਗ ਗਿਆ? ਇਸ ਕਰਕੇ ਕਾਰਸਨ ਰੂਲ ਉਹਦੇ ਲਈ ਐਪਲੀਕੇਬਲ ਹੈ। ਹੁਣ ਸੈਕੰਡ ਕੇਸ ਦੇ ਵਿੱਚ ਬੈਂਡਵਿਡਥ ਆਫ ਡਬਲ ਸਾਈਡਬੈਂਡ AM, ਇਹ ਸਾਨੂੰ ਪਤਾ 2 FM ਹੁੰਦਾ। ਪਹਿਲਾਂ ਆਪਾਂ 5 ਟਾਈਪ ਦੇ AM ਸਿਸਟਮ ਪੜ੍ਹੇ ਆ ਤੇ FM ਜਿੱਥੇ 1 ਕਿਲੋ ਦਿੱਤੀ ਸੀ ਉਹਨੂੰ 2 ਨਾਲ ਗੁਣਾ ਕਰਦੇ 2 ਕਿਲੋਵਾਟਸ ਹੋ ਗਈ। तो इस रिजल्ट तो की शो होया भी ट्रांसमिशन ऑफ द सेम सिग्नल, जे ਅਸੀਂ सेम सिग्नल ਨੂੰ ट्रांसमिट करना ਤੇ FM ਵਾਸਤੇ ਬੈਂਡਵਿਡਥ ਸਾਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਦੈਨ AM। ਦੇਖੋ FM ਵਾਸਤੇ ਬੈਂਡਵਿਡਥ 22 ਕਿਲੋਵਾਟ ਚਾਹੀਦੀ ਆ ਤੇ AM ਵਾਸਤੇ ਕਿੰਨੀ ਚਾਹੀਦੀ? 2 ਕਿਲੋਵਾਟਸ। ਪਰ ਜ਼ਿਆਦਾ ਬੈਂਡਵਿਡਥ ਖਰਚ ਨਾਲ ਪਰ ਕੁਆਲਿਟੀ ਸਿਗਨਲ ਦੀ ਵਧੀਆ ਇੱਥੇ ਘਟੀਆ। ਸੋ ਇਸ ਕਰਕੇ FM ਜਿਹੜੇ ਸਿਸਟਮ ਹੈ ਉਹ ਮੋਰ ਇਮਿਊਨ ਟੂ ਨੋਇਜ਼ ਹੈ, ਪਰ AM ਜਿਹੜਾ ਸਿਸਟਮ ਹੈ ਉਹ ਮੋਰ ਇਮਿਊਨ ਟੂ ਨੋਇਜ਼ ਨਹੀਂ ਹੈ। AM ਦੇ ਵਿੱਚ ਮੀਡੀਅਮ ਦੇ ਵਿੱਚ ਨੋਇਜ਼ ਜ਼ਿਆਦਾ ਆਉਂਦੀ ਹੈ। ਪਤਾ ਲੱਗ ਗਿਆ ਬੇਟੇ? ਹਾਂ ਬੱਚੋ, ਪਤਾ ਲੱਗ ਗਿਆ? ਹਾਂਜੀ ਹਾਂਜੀ। ਹਾਂ, ਹੁਣ ਆ ਦੇਖ ਲੈਣੇ ਕੁਇਕਲੀ 2 ਮਿੰਟ ਤੇ 55 ਸੈਕਿੰਡ ਰਹਿ ਗਏ। ਆ ਨੂਮੈਰੀਕਲ ਦੇਖ ਲੈਣੇ। ਇਹ 20 ਮੈਗਾਹਰਟਜ਼ ਕੈਰੀਅਰ। ਇਦਾਂ ਚਲੋ ਜੇ ਇਹਨੂੰ ਨਾ ਕਹਿ ਕੇ ਵੀ ਮੈਂ ਅੱਗੇ ਆ ਜਾਣਾ, ਸਿੱਧਾ ਕੰਪੈਰੀਜ਼ਨ ਤੇ ਆ ਜਾਣਾ। ਲੋ ਆ ਨੂਮੈਰੀਕਲ ਸੋਲਵਡ ਹੈ, ਤੁਸੀਂ ਦੇਖ ਸਕਦੇ ਆ। ਆ ਕੰਪੈਰੀਜ਼ਨ ਤੇ ਆ ਜਾਣਾ। ਆ ਦੇਖੋ ਇਹ ਆਪਾਂ ਕੰਪੈਰੀਜ਼ਨ ਜਿਹੜਾ ਮੈਥਮੈਟੀਕਲ ਇਕੁਏਸ਼ਨ ਹੈ FM ਦੀ, ਉਹ ਦੇਖੋ EC * ਓਮੇਗਾ CT ਸਾइन ऑफ ਓਮੇਗਾ CT प्लस MF साइन ਓਮੇਗਾ MT। PM ਚ ਕੀ ਫਰਕ ਪਿਆ? ਸਿਰਫ ਮੋਡੂਲੇਸ਼ਨ ਇੰਡੈਕਸ ਫਰਕ ਹੈ। ਇਧਰ MF ਲਿਖਿਆ ਹੈ, ਉਧਰ MP ਲਿਖਿਆ, ਬਾਕੀ ਇਕੁਏਸ਼ਨ ਸੇਮ ਹੈ। ਫਿਰ ਫ੍ਰੀਕੁਐਂਸੀ ਡੈਵੀਏਸ਼ਨ ਇਸ ਕੇਸ ਦੇ ਵਿੱਚ ਪ੍ਰੋਪੋਰਸ਼ਨਲ ਕਿਹਦੇ ਆ? ਇੱਥੇ ਸਿਰਫ ਐਂਪਲੀਟਿਊਡ ਜਿਹੜਾ ਮੋਡੂਲੇਟਿੰਗ ਸਿਗਨਲ ਦਾ ਉਹਦੇ ਵੋਲਟੇਜ ਦੇ ਪ੍ਰੋਪੋਰਸ਼ਨਲ ਹੈ। ਫ੍ਰੀਕੁਐਂਸੀ ਡੈਵੀਏਸ਼ਨ ਇਜ਼ ਪ੍ਰੋਪੋਰਸ਼ਨਲ ਟੂ ਮੋਡੂਲੇਟਿੰਗ ਵੋਲਟੇਜ। ਠੀਕ ਹੈ, ਤੇ ਫੇਸ ਡੈਵੀਏਸ਼ਨ ਪ੍ਰੋਪੋਰਸ਼ਨਲ ਟੂ ਮੋਡੂਲੇਟਿੰਗ ਵੋਲਟੇਜ ਆਲਸੋ। ਇੱਥੇ ਵੀ ਇਦਾਂ ਹੀ। ਤੇ ਇੱਥੇ ਕਹਿੰਦਾ ਇਸ ਟਰਮ ਦੇ ਵਿੱਚ ਕੀ ਆ ਵੀ ਜਿਹੜੇ ਐਸੋਸੀਏਟਡ ਵਿਦ ਚੇਂਜ ਇਨ ਕੈਰੀਅਰ देयर इज ए सम फेज चेंज। FM ਦੇ ਵਿੱਚ ਜੇ ਕੈਰੀਅਰ ਦੇ ਵਿੱਚ ਥੋੜੀ ਬਹੁਤ ਵੀ ਚੇਂਜ ਆਈ ਤੇ ਇੱਥੋਂ ਪਤਾ ਲੱਗਦਾ ਵੀ ਫੇਜ਼ 'ਚ ਚੇਂਜ ਆ ਗਏ। ਇੱਥੇ ਕੀ ਹੈ? ਜੇ ਮਾੜੀ ਮੋਟੀ ਫੇਜ਼ 'ਚ ਵੀ ਚੇਂਜ ਆ ਗਏ ਇਹਦਾ ਮਤਲਬ ਉਹਦੀ ਫ੍ਰੀਕੁਐਂਸੀ ਚੇਂਜ ਆ ਗਈ। ਪਤਾ ਲੱਗ ਗਿਆ? ਤੇ ਇੱਥੇ ਮੋਡੂਲੇਸ਼ਨ ਇੰਡੈਕਸ ਜਿਹੜਾ ਉਹ ਮੋਡੂਲੇਟਿੰਗ ਸਿਗਨਲ ਦੇ ਪ੍ਰੋਪੋਰਸ਼ਨਲ ਹੈ। ਮੋਡੂਲੇਟਿੰਗ MF ਇਜ਼ ਪ੍ਰੋਪੋਰਸ਼ਨਲ ਟੂ ਮੋਡੂਲੇਟਿੰਗ ਵੋਲਟੇਜ ਐਜ਼ ਵੈਲ ਐਜ਼ ਮੋਡੂਲੇਟਿੰਗ ਫ੍ਰੀਕੁਐਂਸੀ, ਜਦ ਕਿ MP ਵਿੱਚ ਸਿਰਫ ਮੋਡੂਲੇਟਿੰਗ ਸਿਗਨਲ ਦੇ ਐਂਪਲੀਟਿਊਡ ਦੇ ਵੋਲਟੇਜ ਦੇ ਪ੍ਰੋਪੋਰਸ਼ਨਲ ਹੈ। ਠੀਕ ਹੈ, ਹੁਣ FM ਦੀ ਗੱਲ ਕਰੀਏ। FM ਦੇ ਵਿੱਚ ਇਟ ਇਜ਼ ਪੋਸੀਬਲ ਟੂ ਰਿਸੀਵ FM ਔਨ PM ਰਿਸੀਵਰ। FM ਨੂੰ ਆਪਾਂ PM ਰਿਸੀਵਰ ਤੇ ਰਿਸੀਵ ਕਰ ਸਕਦੇ ਹਾਂ। ਇੱਥੇ ਵੀ ਆਪਾਂ PM ਨੂੰ FM ਰਿਸੀਵਰ ਤੇ ਕਰ ਸਕਦੇ। ਇਹਦੀ ਨੋਇਜ਼ ਇਮਿਊਨਿਟੀ FM ਦੀ AM ਤੇ PM ਦੋਨਾਂ ਨਾਲੋਂ ਬੈਟਰ ਹੈ, ਪਰ ਨੋਇਜ਼ ਇਮਿਊਨਿਟੀ ਇਹਦੀ AM ਨਾਲੋਂ ਬੈਟਰ ਹੈ ਪਰ FM ਨਾਲੋਂ ਘਟੀਆ। ਐਂਪਲੀਟਿਊਡ FM ਵੇਵ ਦਾ ਕਾਂਸਟੈਂਟ ਹੈ, PM ਵੀ ਕਾਂਸਟੈਂਟ ਹੈ। ਸਿਗਨਲ ਟੂ ਨੋਇਜ਼ ਰੇਸ਼ੋ ਇਸ ਦੇ ਵਿੱਚ PM ਨਾਲੋਂ ਬੈਟਰ ਹੈ, ਪਰ ਇਹ ਜਿਹੜੀ ਸਿਗਨਲ ਟੂ ਨੋਇਜ਼ ਰੇਸ਼ੋ ਉਹ FM ਨਾਲੋਂ ਘਟੀਆ। FM ਦਾ ਵਾਈਡਲੀ ਯੂਜ਼ ਹੈ, PM ਸਿਰਫ ਮੋਬਾਈਲ ਸਿਸਟਮ ਯੂਜ਼ ਕਰਦੇ ਆ। ਤੇ ਜਿਹੜੀ FM ਸਿਗਨਲ ਹੈ ਡੈਵੀਏਸ਼ਨ ਪ੍ਰੋਪੋਰਸ਼ਨਲ ਟੂ ਮੋਡੂਲੇਟਿੰਗ ਵੋਲਟੇਜ ਹੈ, ਇਹ ਡੈਵੀਏਸ਼ਨ ਜਿਹੜੀ ਆ ਉਹ ਬੋਥ ਮੋਡੂਲੇਟਿੰਗ ਵੋਲਟੇਜ ਤੇ ਮੋਡੂਲੇਟਿੰਗ ਫ੍ਰੀਕੁਐਂਸੀ ਦੇ ਪ੍ਰੋਪੋਰਸ਼ਨਲ ਹੈ। 1 ਮਿੰਟ ਤੋਂ ਘੱਟ ਰਹਿ ਗਿਆ। ਮੈਂ ਆਮ ਗੋਇੰਗ ਟੂ ਸਟਾਪ। ਓਕੇ, ਗੁੱਡ ਲੱਕ, ਬੈਸਟ ਵਿਸ਼ੇਸ। ਨੈਕਸਟ ਟਾਈਮ ਆਪਾਂ ਦੁਬਾਰਾ ਫਿਰ ਡਿਸਕਸ ਕਰਾਂਗੇ। ਰਾਈਟ, ਆਪਣੀ ਅਟੈਂਡੈਂਸ ਲੈ ਲਓ। ਓਕੇ ਸਰ। ਹਾਂ ਠੀਕ ਹੈ ਸਰ। ਆ ਸਕਰੀਨਸ਼ਾਟ ਲੈ ਲਓ, ਵੀਡੀਓ ਔਨ ਕਰ ਲਓ ਸਾਰੇ। ਵੀਡੀਓ ਔਨ ਕਰ ਲਈ ਹੈ, ਵੀਡੀਓ ਔਨ ਕਰ ਲਓ, ਸਕਰੀਨਸ਼ਾਟ ਲੈ ਲਓ। ਅਟੈਂਡੈਂਸ ਕੰਪਾਈਲ ਕਰ ਲੈਣੀ ਸਾਰੀ। ਅਟੈਂਡੈਂਸ ਕੰਪਾਈਲ ਕਰ ਲਓ ਬੇਟੇ। ਸਿਰਫ 9 ਬੱਚੇ ਜੁੜੇ ਮੈਂ ਦੇਖਿਆ। ਠੀਕ ਹੈ, ਵੀਡੀਓ ਔਨ ਕਰ ਲਓ। ਜਸਪ੍ਰੀਤ, ਹਾਂ ਹਾਂਜੀ ਹਾਂ ਪ੍ਰੀਤੀ, ਹਾਂ ਚਲੋ ਲੈ ਲਓ ਸਕਰੀਨਸ਼ਾਟ। ਪੁਲਕਤ ਤੇ ਦੂਸਰਾ ਸਹਿਜਵੀਰ। ਓਕੇ, ਠੀਕ ਹੈ, ਠੀਕ ਹੈ। ਗੁੱਡ ਲੱਕ ਬੱਚੋ, ਥੈਂਕ ਯੂ। ਓਕੇ, ਥੈਂਕ ਯੂ।